ਜੈ ਮਸੀਹ ਦੀ ਦਰਸ਼ਕੋ, ਦਿਸ਼ਾ परिवर्तन ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜਿਨੇ ਸਾਨੂੰ ਇਹ ਮੌਕਾ ਬਖਸ਼ਿਆ ਕਿ ਅਸੀਂ ਵਚਨ ਦੀ ਸੇਵਕਾਈ ਕਰਨ ਦੇ ਲਈ ਇੱਕ ਵਾਰ ਫਿਰ ਤੁਹਾਡੇ ਵਿਚਕਾਰ ਆਈਏ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਆਪਣੇ ਅਧਿਐਨ ਦੀ ਨਵੀਂ ਲੜੀ ਨੂੰ ਸ਼ੁਰੂ ਕੀਤਾ। ਸਾਡੀ ਇਹ ਲੜੀ ਆਤਮਿਕ ਯੁੱਧ ਬਾਰੇ ਹੈ। ਆਤਮਿਕ ਯੁੱਧ ਦੀ ਲੜੀ ਦੇ ਅਧੀਨ ਇਹ ਸਾਡਾ ਦੂਜਾ ਪ੍ਰੋਗਰਾਮ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦੇਖਿਆ ਕਿ ਆਤਮਿਕ ਯੁੱਧ ਇੱਕ ਹਕੀਕਤ ਹੈ। ਸੰਤ ਪੌਲੁਸ ਨੇ ਆਪਣੀ ਪੱਤਰੀ ਅਫਸੀਆਂ ਦੇ 6 ਅਧਿਆਏ ਦੇ ਵਿੱਚ ਸਾਨੂੰ ਇਹ ਦੱਸਿਆ ਹੈ ਕਿ ਅਸੀਂ ਇੱਕ ਆਤਮਿਕ ਯੁੱਧ ਦੇ ਵਿੱਚ ਹਾਂ। ਸਾਡਾ ਇਹ ਯੁੱਧ ਮਾਸ ਅਤੇ ਲਹੂ ਨਾਲ ਨਹੀਂ, ਸਗੋਂ ਹਨੇਰੇ ਦੀ ਦੁਸ਼ਟਤਾ ਦੀ ਸੈਨਾਵਾਂ ਨਾਲ ਹੈ ਜੋ ਕਿ ਆਕਾਸ਼ ਦੇ ਵਿੱਚ ਹਨ। ਦੋਸਤੋ, ਹਰੇਕ ਮਸੀਹੀ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹ ਇੱਕ ਆਤਮਿਕ ਯੁੱਧ ਦੇ ਵਿੱਚ ਹੈ ਅਤੇ ਇਸ ਯੁੱਧ ਨੂੰ ਲੜਨ ਦੇ ਲਈ ਆਤਮਿਕ ਹਥਿਆਰਾਂ ਦੀ ਜ਼ਰੂਰਤ ਹੁੰਦੀ ਹੈ। ਸਾਡੀ ਆਤਮਿਕ ਯੁੱਧ ਦੀ ਸਿੱਖਿਆ ਵੀ ਇਹਨਾਂ ਹਥਿਆਰਾਂ ਅਤੇ ਸ਼ਸਤਰਾਂ ਬਸਤਰਾਂ ਦੇ ਇਸਤੇਮਾਲ ਕਰਨ ਦੇ ਨਾਲ ਸੰਬੰਧਿਤ ਹੈ। ਇਹਨਾਂ ਦਾ ਜ਼ਿਕਰ ਸਾਨੂੰ ਅਫਸੀਆਂ ਦੀ ਪੱਤਰੀ ਦੇ 6 ਅਧਿਆਏ ਵਿੱਚ ਮਿਲਦਾ ਹੈ। ਆਤਮਿਕ ਯੁੱਧ ਦੇ ਉੱਤੇ ਅਸੀਂ ਜਿਹੜੀ ਸਿੱਖਿਆ ਨੂੰ ਪ੍ਰਾਪਤ ਕਰਨ ਜਾ ਰਹੇ ਹਾਂ ਉਹ ਸਾਨੂੰ ਪਰਮੇਸ਼ਵਰ ਦੇ ਮਹਾਨ ਦਾਸ ਅਤੇ ਸਾਰੇ ਸੰਸਾਰ ਦੇ ਵਿੱਚ ਮਸ਼ਹੂਰ ਡਾਕਟਰ ਡੇਵਿਡ ਯਰਮਾਇਆ ਤੋਂ ਮਿਲਦੀ ਹੈ। ਡਾਕਟਰ ਡੇਵਿਡ ਯਰਮਾਇਆ ਨੂੰ ਮਸੀਹੀ ਖੇਤਰ ਦੇ ਵਿੱਚ ਸੇਵਕਾਈ ਕਰਨ ਦਾ ਬਹੁਤ ਲੰਬਾ ਅਨੁਭਵ ਹੈ। ਤੇ ਆਓ ਫਿਰ ਅੱਜ ਦੇ ਅਧਿਐਨ ਨੂੰ ਸ਼ੁਰੂ ਕਰਦੇ ਹਾਂ ਡਾਕਟਰ ਡੇਵਿਡ ਯਰਮਾਇਆ ਦੇ ਨਾਲ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। पाप दे कारण प्रीत ठंडी पै जाएगी, कई सेवक भी लहजा तो फिर जावणगे। पाप दे कारण प्रीत ठंडी पै जाएगी, कई सेवक भी लहजा तो फिर जावणगे। ए यीशु दे ने आउण दियां निशानियां, त्यार हो जा। ए यीशु दे ने आउण दियां निशानियां, त्यार हो जा। पवित्रता ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ।
ਇਹ ਇਸੇ ਕਰਕੇ ਹੈ ਕਿ ਅਸੀਂ ਇੰਨੀ ਵਾਰ ਹਰਾਏ ਜਾਂਦੇ ਹਾਂ। ਇਹ ਸੱਚ ਹੈ ਕਿ ਕਈ ਮਸੀਹੀ ਇਸ ਕਰਕੇ ਨਹੀਂ ਕਿ ਉਹ ਜਿੱਤਣ ਨਹੀਂ ਚਾਹੁੰਦੇ, ਉਹ ਤਾਂ ਇਸ ਜਾਣਦੇ ਵੀ ਨਹੀਂ ਕਿ ਬਾਹਰ ਇੱਕ ਯੁੱਧ ਛਿੜਿਆ ਹੋਇਆ ਹੈ। ਉਹ ਬਰੂਦੀ ਸੁਰੰਗਾਂ ਦੇ ਵਿਚਕਾਰ ਚੱਲਦੇ ਫਿਰਦੇ ਹਨ ਅਤੇ ਗੋਲੀਆਂ ਉਹਨਾਂ ਦੇ ਸਿਰਾਂ ਦੇ ਉੱਤੋਂ ਦੀ ਚੱਲ ਰਹੀਆਂ ਹਨ ਅਤੇ ਉਹ ਪੂਰੀ ਤਰ੍ਹਾਂ ਇਸ ਤੋਂ ਨਾਵਾਕਿਫ ਹਨ ਕਿ ਇੱਕ ਲੜਾਈ ਚੱਲ ਰਹੀ ਹੈ। ਉਹਨੂੰ ਵਿਰੋਧੀ ਦੇ ਦੁਆਰਾ ਵਜੋਂ ਸਮਝਿਆ ਜਾਂਦਾ ਹੈ। ਨੰਬਰ 2, ਪਰਮੇਸ਼ਰ ਦੇ ਸ਼ਾਸਤਰ ਵਸਤਰ। ਫਿਰ ਵੀ ਪਰਮੇਸ਼ਰ ਦੀ ਬਾਣੀ ਸਾਨੂੰ ਇਹ ਦੱਸਦੀ ਹੈ ਕਿ ਇਹ ਯੁੱਧ ਇਹੋ ਜਿਹਾ ਹੈ ਜਿਸ ਲਈ ਅਸੀਂ ਤਿਆਰੀ ਕਰ ਸਕੇ। ਇਹ ਕੋਈ ਇਹੋ ਜਿਹਾ ਯੁੱਧ ਨਹੀਂ ਹੈ ਜਿਸ ਵਿੱਚ ਅਸੀਂ ਬਿਨਾਂ ਸੁਰੱਖਿਆ ਜਾ ਸਕੀਏ। ਇਸ ਕਰਕੇ ਸੰਦੇਸ਼ ਦੀ ਇਹ ਲੜੀ ਇੰਨੀ ਜ਼ਿਆਦਾ ਨਾਜ਼ੁਕ ਹੈ। ਜੇਕਰ ਅਸੀਂ ਇਸ ਨੂੰ ਸੁਚੇਤ ਹੋ ਕੇ ਸੁਣੀਏ ਅਤੇ ਸੱਚਾਈਆਂ ਨੂੰ ਲਾਗੂ ਕਰੀਏ ਤਦ ਇਹ ਸਾਡੀ ਮਦਦ ਕਰ ਸਕਦੀ ਹੈ। ਇਹ ਸਾਨੂੰ ਇੱਕ ਵਿਰੋਧੀ ਵਾਤਾਵਰਣ ਵਿੱਚ ਜਾ ਕੇ ਪਰਮੇਸ਼ਰ ਲਈ ਯੁੱਧ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਅਸੀਂ ਹਰਾਏ ਨਹੀਂ ਜਾਵਾਂਗੇ ਕਿਉਂਕਿ ਸਾਡੇ ਕਪਤਾਨ ਅਤੇ ਪ੍ਰਧਾਨ ਨੂੰ ਪਹਿਲਾਂ ਹੀ ਯੁੱਧ ਜਿੱਤ ਲਿਆ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਹਰ ਰੋਜ਼ ਫਤਿਹ ਨੂੰ ਪਾਈਏ। ਜਦੋਂ ਤੱਕ ਆਪ ਪੂਰੀ ਤਰ੍ਹਾਂ ਸ਼ਸਤਰ ਵਸਤਰ ਨਹੀਂ ਪਹਿਨ ਲੈਂਦੇ ਉਦੋਂ ਤੱਕ ਆਪ ਜਿੱਤ ਨਹੀਂ ਸਕਦੇ। ਜਦੋਂ ਤੱਕ ਆਪ ਉਹਨਾਂ ਇੰਤਜ਼ਾਮਾਂ ਨੂੰ ਨਹੀਂ ਜਾਣ ਸਕਦੇ ਜੋ ਆਪ ਦੇ ਸਾਹਮਣੇ ਹਨ, ਆਪ ਜਿੱਤ ਨਹੀਂ ਸਕਦੇ। ਅਤੇ ਇਸ ਕਰਕੇ ਪਾਲੂਸ ਨੇ ਇਫਸੀਆਂ ਨੂੰ ਆਖਿਆ ਸੀ, ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਧਾਰੋ। ਮਨੁੱਖੋ ਅਤੇ ਔਰਤੋ, ਮੈਂ ਚਾਹੁੰਦਾ ਹਾਂ ਕਿ ਆਪ ਇਹ ਸਮਝ ਲਵੋ ਕਿ ਉਸ ਨੇ ਸਾਨੂੰ ਇਹ ਨਹੀਂ ਸੀ ਦੱਸਿਆ ਕਿ ਜੇਕਰ ਅਸੀਂ ਠੀਕ ਪ੍ਰਾਰਥਨਾ ਕਰੀਏ ਤਾਂ ਪਰਮੇਸ਼ਰ ਸਾਨੂੰ ਇਹ ਦੇਵੇਗਾ। ਉਸ ਨੇ ਇਹ ਨਹੀਂ ਸੀ ਆਖਿਆ ਕਿ ਸਾਨੂੰ ਆਲੇ ਦੁਆਲੇ ਵੇਖਣਾ ਚਾਹੀਦਾ ਹੈ ਅਤੇ ਤੱਕਣਾ ਚਾਹੀਦਾ ਹੈ ਜੇਕਰ ਅਸੀਂ ਇਸ ਨੂੰ ਲੱਭ ਸਕੀਏ ਅਤੇ ਹੋ ਸਕਦਾ ਹੈ ਅਸੀਂ ਇਸ ਨੂੰ ਕਿਧਰੇ ਖਰੀਦ ਸਕੀਏ। ਉਸ ਨੇ ਆਖਿਆ ਸੀ ਕਿ ਇਹ ਤਾਂ ਮਸੀਹੀ ਦੀ ਨਿੱਜੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਖੁਦ ਦੇ ਜੀਵਨ ਵਿੱਚ ਪਰਮੇਸ਼ਰ ਦੇ ਸ਼ਸਤਰ ਵਸਤਰ ਨੂੰ ਪਾ ਸਕੇ। ਜੋ ਕੁਝ ਮੈਂ ਇਹਨਾਂ ਹਫ਼ਤਿਆਂ ਦੇ ਦੌਰਾਨ ਆਪ ਨੂੰ ਪ੍ਰਚਾਰ ਕਰਦਾ ਆ ਰਿਹਾ ਹਾਂ ਉਹ ਕੋਈ ਇਹੋ ਜਿਹੀ ਚੀਜ਼ ਨਹੀਂ ਹੈ ਜੋ ਪਰਮੇਸ਼ਰ ਤੁਹਾਡੇ ਲਈ ਕਰਨੀ ਚਾਹੁੰਦਾ ਹੈ। ਇਹ ਤਾਂ ਇੱਕ ਇਹੋ ਜਿਹਾ ਕੰਮ ਹੈ ਜੋ ਪਰਮੇਸ਼ਰ ਨੇ ਆਪ ਨੂੰ ਦੱਸਿਆ ਹੈ ਕਿ ਆਪ ਖੁਦ ਆਪਣੇ ਆਪ ਲਈ ਕਰੋ। ਉਸ ਨੇ ਆਪ ਨੂੰ ਆਖਿਆ ਹੈ ਕਿ ਆਪ ਸ਼ਸਤਰ ਵਸਤਰ ਲਓ ਅਤੇ ਇਸ ਨੂੰ ਪਹਿਨੋ। ਇਹ ਕਰਨਾ ਆਪ ਦਾ ਕੰਮ ਹੈ। ਜੇਕਰ ਆਪ ਇਸ ਯੁੱਧ ਵਿੱਚ ਹਾਰ ਜਾਓ, ਜੇਕਰ ਆਪ ਨੂੰ ਕਿਸੇ ਨਾ ਸੁਰੱਖਿਆ ਅਤੇ ਰੱਖੀ ਥਾਂ ਉੱਤੇ ਸੱਟ ਲੱਗ ਜਾਂਦੀ ਹੈ ਕਿਉਂਕਿ ਆਪ ਸ਼ਸਤਰ ਤੋਂ ਬਾਹਰ ਹੋ, ਇਹ ਪਰਮੇਸ਼ਰ ਦਾ ਕਸੂਰ ਨਹੀਂ ਹੈ। ਉਹ ਸ਼ਸਤਰ ਵਸਤਰ ਪਿਆ ਹੋਇਆ ਹੈ, ਅੱਜ ਦੀ ਇੰਤਜ਼ਾਰ ਕਰ ਰਿਹਾ ਹੈ। ਇਸ ਨੂੰ ਪਹਿਨ ਲਵੋ। ਇਹ ਆਪ ਦੀ ਖੁਦ ਦੀ ਡਿਊਟੀ ਹੈ। ਇਹ ਆਪ ਦੀ ਮੂਲ ਡਿਊਟੀ ਹੈ ਅਤੇ ਇਹ ਆਪ ਦੀ ਸਰਬ ਉੱਚ ਡਿਊਟੀ ਹੈ ਅਤੇ ਇਹ ਆਪ ਦੀ ਨਿਰਤਪ ਡਿਊਟੀ ਹੈ ਕਿ ਆਪ ਇਸ ਪਰਮੇਸ਼ਰ ਦੇ ਸ਼ਸਤਰ ਵਸਤਰ ਨੂੰ ਪਹਿਨੋ। ਇਸ ਸ਼ਸਤਰ ਵਸਤਰ ਦਾ ਹਰੇਕ ਭਾਗ ਖਾਸ ਤੌਰ ਤੇ ਆਪ ਦੇ ਜੀਵਨ ਦੇ ਕਿਸੇ ਖੇਤਰ ਨਾਲ ਜੁੜਿਆ ਹੋਇਆ ਹੈ। ਸੱਚਾਈ ਦਾ ਕਮਰਕੱਸਾ, ਧਰਮ ਦੀ ਸੰਜੋ, ਨੇਚਾ ਦੀ ਢਾਲ, ਮੁਕਤੀ ਦਾ ਟੋਪ, ਆਤਮਾ ਦੀ ਤਲਵਾਰ। ਗੌਰ ਕਰੋ ਕਿ ਇਹ ਸ਼ਸਤਰ ਵਸਤਰ ਆਪ ਨੂੰ ਉਸ ਤੋਂ ਬਚਾਏਗਾ ਜੋ ਵੈਰੀ ਆਪ ਨੂੰ ਕਰਨ ਦੀ ਖੁਆਇਸ਼ ਰੱਖਦਾ ਹੈ। ਇਹ ਸ਼ਸਤਰ ਵਸਤਰ ਦੇ ਹਰੇਕ ਭਾਗ ਖਾਸ ਤੌਰ ਤੇ ਆਪ ਦੇ ਜੀਵਨ ਦੇ ਕਿਸੇ ਖੇਤਰ ਨਾਲ ਸੰਬੰਧਿਤ ਹੈ ਜੋ ਕਿ ਸ਼ੈਤਾਨ ਦੀ ਯੁੱਧ ਨੀਤੀ ਦਾ ਮਤਲਬ ਹੈ। ਊੜਾ ਭਾਗ, ਸੱਚਾਈ ਦਾ ਕਮਰਕੱਸਾ। ਮਿਸਾਲ ਵਜੋਂ ਸ਼ਸਤਰ ਵਸਤਰ ਦਾ ਪਹਿਲਾ ਭਾਗ ਸੱਚਾਈ ਦਾ ਕਮਰਕੱਸਾ ਹੈ। ਸੱਚਾਈ ਦਾ ਕਮਰਕੱਸਾ ਗਿਆਨ ਹੈ, ਸਵੀਕਾਰ ਕਰਨਾ, ਸੱਚਾਈ ਦਾ ਇਸਤੇਮਾਲ, ਜਿਵੇਂ ਕਿ ਇਹ ਆਪ ਦੀ ਰੂਹਾਨੀ ਸ਼ਖਸੀਅਤ ਨੂੰ ਘੇਰੀ ਰੱਖਦਾ ਹੈ। ਇਸ ਵਿੱਚ ਸਾਡੇ ਪਰਮੇਸ਼ਰ ਦੀਆਂ ਮਹਾਨ ਸੱਚਾਈਆਂ ਸ਼ਾਮਲ ਹਨ ਅਤੇ ਮਸੀਹ ਦੇ ਰਾਹੀਂ ਉਸ ਦਾ ਸਾਡੇ ਨਾਲ ਸੰਬੰਧ ਹੈ। ਇਸ ਵਿੱਚ ਇਸ ਬਾਰੇ ਸੰਪੂਰਨ ਸਮਝ ਸ਼ਾਮਲ ਹੈ ਕਿ ਅਸੀਂ ਪਰਮੇਸ਼ਰ ਨੇ ਆਪਣੇ ਬਾਰੇ ਕੀ ਕੁਝ ਆਖਿਆ ਹੈ। ਉਸ ਦੇ ਪੁੱਤਰ ਅਤੇ ਮਨੁੱਖ ਜਾਤੀ ਅਤੇ ਸੰਸਾਰ ਅਤੇ ਇਤਿਹਾਸ ਬਾਰੇ ਅਤੇ ਬੇਬਿਆਨ ਭਵਿੱਖ ਦੇ ਬਾਰੇ। ਸੱਚਾਈ ਦਾ ਕਮਰਕੱਸਾ ਪਰਮੇਸ਼ਰ ਦਾ ਗਿਆਨ ਹੈ ਜੋ ਉਸ ਦੇ ਵਚਨ ਵਿੱਚ ਵਸਦਾ ਹੈ। ਬਿਹਤਰ ਤੌਰ ਤੇ ਮੈਨੂੰ ਚਾਹੀਦਾ ਹੈ ਕਿ ਇਸ ਨੂੰ ਬਾਈਬਲ ਆਖਾਂ। ਹੋ ਸਕਦਾ ਹੈ ਕਿ ਮੈਨੂੰ ਤਾਂ ਇਸ ਨੂੰ ਪਰਮੇਸ਼ਰ ਦੇ ਬਾਰੇ ਅਧਿਐਨ ਵੀ ਆਖਣਾ ਚਾਹੀਦਾ ਹੈ। ਅੱਜ ਕੱਲ੍ਹ ਸ਼ੈਤਾਨ ਦੇ ਛਲ ਛਿਦਰਾਂ ਵਿੱਚੋਂ ਇੱਕ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਲਿਆਂ ਕਲੀਸਿਆ ਵਿੱਚ ਲੋਕਾਂ ਨੂੰ ਪਾੜਨਾ ਹੈ। ਗਲਤ ਸਿੱਖਿਆ ਦੇਣ ਵਾਲੇ ਕਰੀਬ ਸਾਰੇ ਸੰਪਰਦਾਇਕ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਲੇ ਕਲੀਸਿਆ ਤੋਂ ਵੀ ਰਜਾਏ ਗਏ ਹਨ। ਉਹ ਇਹੋ ਜਿਹੀਆਂ ਕਲੀਸਿਆਂ ਵਿੱਚ ਜਾ ਚੁੱਕੇ ਹਨ ਜਿੱਥੇ ਕਿ ਲੋਕਾਂ ਨੇ ਉਹਨਾਂ ਨੂੰ ਦੀ ਰੱਖਿਆ ਵਾਸਤੇ ਸੱਚਾਈ ਦੇ ਕਮਰਕੱਸੇ ਨੂੰ ਨਹੀਂ ਪਹਿਨਿਆ ਹੋਇਆ, ਜਿੱਥੇ ਕਿ ਉਹ ਬਾਈਬਲ ਦੀ ਸਿੱਖਿਆ ਨੂੰ ਨਹੀਂ ਜਾਣਦੇ, ਜਿੱਥੇ ਕਿ ਉਹ ਪਰਮੇਸ਼ਰ ਦੇ ਵਚਨ ਦੀ ਸੱਚਾਈ ਬਾਰੇ ਅਣਜਾਣ ਹਨ ਅਤੇ ਉਸ ਨੇ ਥੋੜੀ ਜਿਹੀ ਸੱਚਾਈ ਨੂੰ ਲੈ ਕੇ ਅਤੇ ਇਸ ਦੇ ਦੁਆਲੇ ਇੱਕ ਵੱਡਾ ਝੂਠ ਦਾ ਪੁਲੰਦਾ ਲਪੇਟ ਦਿੱਤਾ ਹੈ ਅਤੇ ਉਸ ਨੇ ਉਹਨਾਂ ਨੂੰ ਕਲੀਸਿਆ ਦੇ ਬਾਹਰ ਭਰਮਾਇਆ ਹੈ ਅਤੇ ਕਿਸੇ ਨਾ ਕਿਸੇ ਝੂਠੀ ਸਿੱਖਿਆ ਵਾਲੇ ਸੰਪਰਦਾਇਕ ਵਿੱਚ ਉਹ ਸੁਰੱਖਿਅਤ ਨਹੀਂ ਸੀ ਰੱਖੇ ਗਏ। ਉਹਨਾਂ ਵੱਲੋਂ ਪਰਮੇਸ਼ਰ ਦੇ ਸ਼ਸਤਰ ਵਸਤਰ ਨਹੀਂ ਸਨ। ਮੈਂ ਆਪ ਨੂੰ ਕੁਝ ਦੱਸ ਦੇਵਾਂ, ਜੇਕਰ ਮੈਂ ਇਹ ਜਾਣਨ ਵਾਲਾ ਹੁੰਦਾ, ਮਸੀਹੀ ਹੁੰਦਾ ਕਿ ਸ਼ੈਤਾਨ ਮੈਨੂੰ ਕੀ ਕਰਨ ਵਾਲਾ ਹੈ
ਹਰੇਕ ਮੌਕਾ ਕੁਝ ਹੋਰ ਇਸ ਪੁਸਤਕ ਬਾਰੇ, ਪਰਮੇਸ਼ਰ ਅਤੇ ਸਿੱਖਿਆ ਬਾਰੇ ਜਾਣਨ ਵਾਸਤੇ। ਤਦ ਮੈਂ ਇਸ ਦਾ ਲਾਭ ਉਠਾਉਣਾ ਸੀ। ਸੱਚਾਈ ਦਾ ਕਮਰਕੱਸਾ, ਐੜਾ ਧਰਮ ਦੀ ਸੰਜੋ। ਇਸ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਇਹ ਉਹੀ ਹੈ ਖੇਤਰ ਜਿੱਥੇ ਕਿ ਅਗਨਬਾਣਾ ਦਾ ਨਿਸ਼ਾਨਾ ਲਗਾਇਆ ਜਾਂਦਾ ਹੈ। ਇਹ ਖਾਸ ਤੌਰ ਤੇ ਇਸ ਖੇਤਰ ਵਿੱਚ ਹੈ। ਇਸ ਜੰਤਰ ਦੇ ਦੋ ਪਾਸੇ ਹਨ। ਕਿਸੇ ਨੇ ਆਖਿਆ ਸੀ, ਇਸ ਧਰਮ ਦੀ ਸੰਜੋ ਦਾ ਅੰਦਰਲਾ ਹਿੱਸਾ ਮਸੀਹ ਦੀ ਧਾਰਮਿਕਤਾ ਹੈ, ਜਿਸ ਨੂੰ ਬਿਲਕੁਲ ਨਹੀਂ ਛੂਇਆ ਜਾ ਸਕਦਾ। ਇਸ ਦਾ ਬਾਹਰਲਾ ਹਿੱਸਾ ਸੰਤਾਂ ਦੀ ਧਾਰਮਿਕਤਾ ਹੈ, ਖੁਦ ਦੀ ਸਾਡੀ ਨਿੱਜੀ ਧਾਰਮਿਕਤਾ, ਜਿਸ ਨੂੰ ਅਸੀਂ ਹਰ ਰੋਜ਼ ਯੁੱਧ ਵਿੱਚ ਪਹਿਨਦੇ ਹਾਂ। ਭਾਗ ਈੜੀ, ਮਿਲਾਪ ਦੀ ਖੁਸ਼ਖਬਰੀ ਦੀ ਜੁੱਤੀ। 15 ਐਤ ਵਿੱਚ ਖੁਸ਼ਖਬਰੀ ਦੀ ਜੁੱਤੀ ਦਾ ਸੰਬੰਧ ਮਸੀਹ ਲਈ ਗਵਾਹੀ ਦੇਣਾ ਹੈ। ਸ਼ਾਇਦ ਆਪ ਨੇ ਉਦੋਂ ਵੀ ਇਸ ਨੂੰ ਨਹੀਂ ਸੀ ਸਮਝਿਆ ਕਿ ਗਵਾਹੀ ਦੇਣ ਲਈ ਆਪ ਦੀ ਇੱਛਾ ਅਤੇ ਚਾਹਤ ਅਤੇ ਆਗਿਆਕਾਰੀ ਵੈਰੀ ਦੇ ਵਿਰੁੱਧ ਆਪ ਦੀ ਸੁਰੱਖਿਆ ਜਾਂ ਇੱਕ ਹਿੱਸਾ ਹੈ। ਆਪ ਕਦੇ ਵੀ ਪ੍ਰਭੂ ਦੀ ਉਨੀ ਜ਼ਿਆਦਾ ਨਜ਼ਦੀਕੀ ਵਿੱਚ ਨਹੀਂ ਚੱਲਦੇ ਜਦੋਂ ਕਿ ਆਪ ਉਸ ਉੱਤੇ ਇਹੋ ਭਰੋਸਾ ਕਰਦੇ ਹੋਵੋ ਕਿ ਉਹ ਆਪ ਨੂੰ ਆਪ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਗਵਾਹੀ ਦੇਣ ਲਈ ਹੌਸਲਾ ਦੇਵੇਗਾ। ਇਹ ਵਸਤਰ ਹੈ, ਇੱਕ ਹਿੱਸਾ ਹੈ। ਸੱਸਾ, ਨੇਚਾ ਦੀ ਢਾਲ। ਨੇਚਾ ਦੀ ਢਾਲ ਪਰਮੇਸ਼ਰ ਦੇ ਵਾਅਦਿਆਂ ਵਿੱਚ ਭਰੋਸਾ ਹੈ। ਹਾਹਾ, ਮੁਕਤੀ ਦਾ ਟੋਪ। ਮੁਕਤੀ ਦਾ ਟੋਪ ਦਾ ਸੰਬੰਧ ਸਿਰ ਦੀ ਸੁਰੱਖਿਆ ਨਾਲ ਹੈ, ਜੋ ਕਿ ਸੋਚਣ ਦੀ ਵਿਧੀ ਹੈ। ਇਹ ਸਾਨੂੰ ਇਹ ਯਾਦ ਕਰਾਉਂਦਾ ਹੈ ਕਿ ਪਰਮੇਸ਼ਰ ਸਾਡੀ ਬੁੱਧ ਵਿੱਚ ਦਿਲਚਸਪੀ ਰੱਖਦਾ ਹੈ ਅਤੇ ਇਸ ਕਰਕੇ ਅਸੀਂ ਕ੍ਰਿਸਚਨ ਕਾਲਜਾਂ ਅਤੇ ਕ੍ਰਿਸਚਨ ਸਕੂਲਾਂ ਅਤੇ ਸਿੱਖਿਆ ਦੇਣ ਵਾਲੀ ਸੇਵਾਵਾਂ ਰੱਖਦੇ ਹਨ ਕਿ ਅਸੀਂ ਮੁਕਤੀ ਦੇ ਟੋਪ ਨੂੰ ਮਜ਼ਬੂਤ ਕਰ ਸਕੀਏ ਅਤੇ ਜਵਾਨ ਲੋਕਾਂ ਨੂੰ ਆਪਣੇ ਜ਼ਮਾਨੇ ਦੀ ਆਤਮਿਕ ਸਿੱਖਿਆ ਤੋਂ ਬਚਾ ਸਕੀਏ। ਭਾਗ ਕੱਕਾ, ਆਤਮਾ ਦੀ ਤਲਵਾਰ। ਸਾਨੂੰ ਸਿਰਫ ਇਹੋ ਹੀ ਨਹੀਂ ਲੈਣਾ ਪੈਣਾ, ਬਲਕਿ ਅੱਗੇ ਬਾਈਬਲ ਆਖਦੀ ਹੈ ਕਿ ਸਾਨੂੰ ਹੱਥ ਵਿੱਚ ਇੱਕ ਹਮਲਾ ਕਰਨ ਵਾਲਾ ਹਥਿਆਰ ਵੀ ਲੈਣਾ ਪੈਣਾ ਹੈ। ਕਿ ਆਤਮਾ ਦੀ ਤਲਵਾਰ ਹੈ। ਕਿ ਇਹ ਰੋਚਕ ਗੱਲ ਨਹੀਂ ਹੈ ਕਿ ਇਹ ਹੋਰ ਸਾਰੇ ਸ਼ਸਤਰ ਬਚਾਓ ਕਰਨ ਲਈ ਹਨ। ਸਿਰਫ ਇੱਕ ਹੀ ਹਥਿਆਰ ਹਮਲਾ ਕਰਨ ਵਾਲਾ ਹੈ। ਇਹ ਆਤਮਾ ਦੀ ਤਲਵਾਰ ਹੈ ਅਤੇ ਬਾਈਬਲ ਆਖਦੀ ਹੈ ਪਰਮੇਸ਼ਰ ਦਾ ਵਚਨ ਹੈ। ਜੇਕਰ ਆਪ ਇਸ ਨੂੰ ਸਮਝਣਾ ਚਾਹੁੰਦੇ ਹੋ ਕਿ ਕਿਵੇਂ ਇਸਤੇਮਾਲ ਕਰੀਏ, ਤਦ ਆਪ ਮੱਤੀ ਦੀ ਅੰਜੀਲ ਦੇ 4 ਅਧਿਆਏ ਦੇ ਅਧਿਐਨ ਕਰੋ ਅਤੇ ਇਹ ਖੋਜ ਕਰੋ ਯਿਸੂ ਨੇ ਇਸ ਦਾ ਇਸਤੇਮਾਲ ਉਦੋਂ ਕੀਤਾ ਜਦੋਂ ਉਸ ਉੱਤੇ ਸ਼ੈਤਾਨ ਦੁਆਰਾ ਹਮਲਾ ਕੀਤਾ ਗਿਆ ਸੀ। ਕੀ ਆਪ ਨੂੰ ਯਾਦ ਹੈ? ਸ਼ੈਤਾਨ ਨੇ ਆਖਿਆ ਸੀ ਇਸ ਤਰ੍ਹਾਂ ਅਤੇ ਇਸ ਤਰ੍ਹਾਂ ਅਤੇ ਇਸ ਤਰ੍ਹਾਂ, ਅਤੇ ਯਿਸੂ ਨੇ ਆਖਿਆ ਸੀ ਲਿਖਿਆ ਹੋਇਆ ਹੈ। ਇਹ ਹੈ ਤਲਵਾਰ। ਸ਼ੈਤਾਨ ਆਖਦਾ ਹੈ ਪਰ ਇਸ ਬਾਰੇ ਕੀ ਆਖੀਏ, ਅਤੇ ਯਿਸੂ ਜੀ ਆਖਦੇ ਹਨ ਇਹ ਲਿਖਿਆ ਹੋਇਆ ਹੈ। ਅਤੇ ਹਰੇਕ ਵਾਰ ਜਦੋਂ ਵੀ ਸ਼ੈਤਾਨ ਮਸੀਹ ਕੋਲ ਆਉਂਦਾ ਹੈ ਅਤੇ ਪ੍ਰਵਾਉਂਦਾ ਹੈ, ਤਦ ਮਸੀਹ ਆਤਮਾ ਦੀ ਤਲਵਾਰ ਨੂੰ ਲੈਂਦੇ ਅਤੇ ਉਹ ਨਿਸ਼ਚਿੰਤ ਤੌਰ ਤੇ ਬੈਰੀ ਦੇ ਵਿਰੁੱਧ ਇਸ ਦਾ ਇਸਤੇਮਾਲ ਕਰਦਾ ਸੀ। ਇੱਕ ਮਸੀਹੀ ਦੇ ਜੀਵਨ ਵਿੱਚ ਆਤਮਾ ਦੀ ਤਲਵਾਰ ਉਸ ਮਸੀਹੀ ਦੇ ਉਸ ਦੇ ਖੁਦ ਦੇ ਨਿੱਜੀ ਅਧਿਐਨ ਤੋਂ ਅਤੇ ਹਰੇਕ ਸਥਿਤੀ ਜਿਸ ਵਿੱਚ ਵੀ ਉਹ ਹੋਵੇ ਪਰਮੇਸ਼ਰ ਦੇ ਵਚਨ ਦੇ ਸਿਧਾਂਤਾਂ ਦੀ ਯਾਦ ਤੋਂ ਇਹ ਯਾਦ ਕਰਨ ਦੀ ਯੋਗਤਾ ਹੈ। ਅਤੇ ਸਾਡੇ ਵਿੱਚ ਬਹੁਤਿਆਂ ਲਈ ਸਾਡੀ ਇਹ ਤਲਵਾਰ ਇੰਨੀ ਖੁੱਡੀ ਹੈ, ਜੇਕਰ ਅਸੀਂ ਕਦੇ ਉਸ ਨੂੰ ਗਿਆਨ ਵਿੱਚ ਸਮੇਂ ਸਿਰ ਕੱਢ ਵੀ ਲਈਏ ਤਦ ਇਹ ਕਿਸੇ ਹੋਰ ਨੂੰ ਹੀ ਘਾਇਲ ਕਰੇਗੀ। ਇਹ ਸੱਚਮੁੱਚ ਮਾਰਨ ਲਈ ਮੁਕਾਬੇਗੀ। ਸਾਨੂੰ ਆਪਣੀਆਂ ਤਲਵਾਰਾਂ ਨੂੰ ਤਿੱਖੀਆਂ ਕਰਨ ਦੀ ਲੋੜ ਹੈ। ਭਾਗ ਖੱਖਾ, ਪ੍ਰਾਰਥਨਾ ਦਾ ਹਥਿਆਰ। ਇਸ ਤੋਂ ਬਾਅਦ ਆਖਿਆ ਗਿਆ ਕਿ ਸਾਨੂੰ ਇਹ ਸਭ ਪ੍ਰਾਰਥਨਾ ਦੇ ਵਾਤਾਵਰਣ ਵਿੱਚ ਲੜਦਿਆਂ ਕਰਨਾ ਪੈਣਾ ਹੈ। ਮਸੀਹ ਅਤੇ ਸ਼ੈਤਾਨ ਦੇ ਵਿਚਕਾਰ ਵੱਡੇ ਯੁੱਧ ਦੇ ਦੌਰਾਨ ਪ੍ਰਾਰਥਨਾ ਕਰਨਾ। ਕਿਸੇ ਨੇ ਆਖਿਆ ਸੀ ਜੋ ਸਾਨੂੰ ਪਸੰਦ ਹੈ, ਪਰਮੇਸ਼ਰ ਕਦੇ ਵੀ ਆਪ ਨੂੰ ਯੁੱਧ ਵਿੱਚ ਬਿਨਾਂ ਕਿਸੇ ਦੂਸੰਸਾਰ ਦੇ ਨਹੀਂ ਭੇਜਦਾ, ਪਰ ਉਹ ਹਰੇਕ ਨੂੰ ਉਸ ਦੀ ਆਪਣੀ ਖੁਦ ਦੀ ਗੱਲਬਾਤ ਕਰਨ ਲਈ ਮੋਬਾਈਲ ਫੋਨ ਦਿੰਦਾ ਹੈ ਤਾਂ ਕਿ ਉਹ ਕਪਤਾਨ ਅਤੇ ਪ੍ਰਧਾਨ ਨਾਲ ਸੰਪਰਕ ਬਣਾਈ ਰੱਖੇ। ਉਹ ਭਾਵੇਂ ਕਿੱਧਰ ਵੀ ਜਾਵੇ। ਕੀ ਇਹ ਸੱਚ ਨਹੀਂ ਹੈ? ਯੁੱਧ ਭਾਵੇਂ ਕਿਧਰੇ ਵੀ ਹੋਵੇ, ਆਪ ਉੱਤੇ ਹਮਲਾ ਕੀਤਾ ਜਾ ਸਕਦਾ ਹੈ। ਆਪਣੇ ਮੋਬਾਈਲਾਂ ਉਠਾਓ ਅਤੇ ਆਪਣੇ ਕਪਤਾਨ ਅਤੇ ਪ੍ਰਧਾਨ ਨਾਲ ਗੱਲਬਾਤ ਕਰੋ। ਉਸਨੇ ਪ੍ਰਾਰਥਨਾ ਨੂੰ ਤੁਹਾਡੇ ਲਈ ਹਥਿਆਰ ਵਜੋਂ ਦਿੱਤਾ ਹੈ। ਆਪ ਗੌਰ ਕਰੋ, ਜਦੋਂ ਅਸੀਂ ਇਹ ਸਿੱਖ ਸਕੀਏ ਕਿ ਇਸ ਔਜ਼ਾਰ ਦਾ ਇਸਤੇਮਾਲ ਕਿਵੇਂ ਕਰੀਦਾ ਹੈ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ, ਤਦ ਅਸੀਂ ਫਤਿਹਮੰਦ ਹੋ ਸਕਦੇ ਹਾਂ। ਬਾਈਬਲ ਆਖਦੀ ਹੈ ਕਿ ਸਾਨੂੰ ਪਖੰਡੀ ਨਹੀਂ ਹੋਣਾ ਪੈਣਾ। ਸਾਨੂੰ ਆਪਣੇ ਸਰੀਰ ਉੱਤੇ ਭਰੋਸਾ ਰੱਖਣ ਵਾਲੇ ਨਹੀਂ ਹੋਣਾ ਪੈਣਾ। ਬਾਈਬਲ ਵੀ ਸਾਨੂੰ ਯਾਕੂਬ ਦੀ ਪੱਤਰੀ 4 ਅਧਿਆਇ 7 ਔਰ 8 ਵਿੱਚ ਦੱਸਦੀ ਹੈ ਕਿ ਜੇਕਰ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕਰੀਏ ਅਤੇ ਸ਼ੈਤਾਨ ਦਾ ਸਾਹਮਣਾ ਕਰੀਏ ਤਾਂ ਉਹ ਸਾਡੇ ਕੋਲੋਂ ਭੱਜ ਜਾਵੇਗਾ। ਅਸੀਂ ਇਹ ਸਿੱਖ ਸਕਦੇ ਹਾਂ ਕਿ ਇਹ ਕਿਵੇਂ ਕਰ ਸਕਦੇ ਹਾਂ। ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ਰ ਸਾਡੀ ਮਦਦ ਇਹਨਾਂ ਹਫ਼ਤਿਆਂ ਦੇ ਦੌਰਾਨ ਇਹ ਸਿੱਖਣ ਵਿੱਚ ਕਰੇ ਕਿ ਇਹ ਕਿਵੇਂ ਕਰੀਦਾ ਹੈ। ਕਿ ਆਪ ਹੋਰ ਕਿਸੇ ਵੀ ਚੀਜ਼ ਵੱਲੋਂ ਵੱਧ ਕੇ ਸਭ ਬਾਰੇ ਜਾਣਦੇ ਹੋ ਜਿਵੇਂ ਕਿ ਮੈਂ ਇਸ ਬਾਰੇ ਸੋਚਦਾ ਹਾਂ ਅਤੇ ਇਸ ਦਾ ਅਧਿਐਨ ਕਰਦਾ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹ ਜੋ ਇਸ ਫੌਜ ਵਿੱਚ
ਕਪਤਾਨ ਅਤੇ ਪ੍ਰਧਾਨ ਹੈ। ਜਿੱਥੇ ਕਿ ਮੈਂ ਸੇਵਾ ਕਰਦਾ ਹਾਂ ਉੱਥੇ ਜਿੱਤਣ ਦੀ ਗਰੰਟੀ ਦਿੱਤੀ ਜਾ ਚੁੱਕੀ ਹੈ। ਅਸਲ ਵਿੱਚ ਅਹੁਦੇ ਵਜੋਂ ਉਹ ਪਹਿਲਾਂ ਹੀ ਜਿੱਤ ਚੁੱਕਾ ਹੈ। ਉਸਨੇ ਸਲੀਬ ਉੱਤੇ ਇਸ ਮਹਾਨ ਯੁੱਧ ਨੂੰ ਜਿੱਤਿਆ ਸੀ ਅਤੇ ਅਸੀਂ ਤਾਂ ਹੁਣ ਬਸ ਉਡੀਕ ਕਰ ਰਹੇ ਹਾਂ ਉਸ ਦੀ ਆਖਰੀ ਫਤਿਹ ਤੋਂ। ਪਹਿਲਾਂ ਜਿੱਤ ਦੀ ਤਿਆਰੀ ਕਰ ਰਹੇ ਹਾਂ ਜਦੋਂ ਉਹ ਵਾਪਸ ਆਵੇਗਾ ਅਤੇ ਅਸੀਂ ਉਸ ਦੇ ਨਾਲ ਰਾਜ ਕਰਾਂਗੇ। ਮੈਂ ਹੁਣੇ ਇੱਕ ਯੂਰਪੀਅਨ ਗੈਲਰੀ ਵਿੱਚ ਲਟਕ ਰਹੀ ਇੱਕ ਪ੍ਰਸਿੱਧ ਤਸਵੀਰ ਦੇ ਬਾਰੇ ਪੜ੍ਹਿਆ ਸੀ। ਇਸ ਤਰ੍ਹਾਂ ਜਾਪਦਾ ਸੀ ਕਿ ਕੋਈ ਵੀ ਨਹੀਂ ਸੀ ਜਾਣਦਾ ਕਿ ਇਹ ਕਿੰਨੇ ਸਮੇਂ ਤੋਂ ਉੱਥੇ ਸੀ। ਇਹ ਤਾਂ ਬਸ ਇੰਨਾ ਰੋਚਕ ਤਸਵੀਰ ਸੀ ਕਿ ਇਹ ਇੱਕ ਸ਼ਤਰੰਜ ਦੀ ਬਿਆਸ ਦੇ ਲਾਗੇ ਕੁਰਸੀ ਢਾ ਕੇ ਸ਼ੈਤਾਨ ਨੂੰ ਇੱਕ ਪਾਸੇ ਬੈਠਿਆਂ ਵੱਡੀ ਜਿੱਤ ਦੇ ਵਿਖਾਵੇ ਨੂੰ ਉਸ ਦੇ ਚਿਹਰੇ ਉੱਤੇ ਵਿਖਾ ਰਿਹਾ ਸੀ। ਉਹਦੇ ਸਾਹਮਣੇ ਦੂਸਰੇ ਪਾਸੇ ਇੱਕ ਹਰਾਏ ਗਏ ਜਵਾਨ ਮਨੁੱਖ ਨੂੰ ਦਰਸਾਇਆ ਗਿਆ ਸੀ। ਬੌਬੀ ਫਿਸ਼ਰ ਤੋਂ ਪਹਿਲਾਂ ਪਾਲ ਮਰਫੀ ਇੱਕ ਇਹੋ ਸ਼ਤਰੰਜ ਦਾ ਅਮਰੀਕਨ ਵਿਸ਼ਵ ਵਿਜੇਤਾ ਸੀ। ਇੱਕ ਵਾਰ ਉਸਨੇ ਆਪਣੀ ਯੂਰਪ ਦੀ ਫੇਰੀ ਦੇ ਦੌਰਾਨ ਇਸ ਗੈਲਰੀ ਦਾ ਦੌਰਾ ਕੀਤਾ। ਉਹਨਾਂ ਨੇ ਉਸ ਨੂੰ ਉਹ ਤਸਵੀਰ ਵਿਖਾਈ ਅਤੇ ਉਹ ਉੱਥੇ ਖੜਾ ਉਸ ਪੂਰੀ ਤਰ੍ਹਾਂ ਹਰਿਆ ਗਿਆ ਨਾਂ ਦੀ ਤਸਵੀਰ ਨੂੰ ਵੇਖ ਰਿਹਾ ਸੀ। ਉਸਨੇ ਉਤੇਜਿਤ ਹੋ ਕੇ ਵਿਸਾਦ ਦੀ ਸਥਿਤੀ ਵੱਲ ਤੱਕਿਆ। ਉਸਨੇ ਆਖਿਆ, ਮੈਨੂੰ ਇੱਕ ਸ਼ਤਰੰਜ ਦੀ ਵਿਸਾਦ ਦਿਓ। ਇੱਥੇ ਇੱਕ ਚਾਲ ਹੈ, ਸਿਰਫ ਇੱਕ ਹੀ ਕਿ ਆਪ ਨੂੰ ਪਤਾ ਹੈ ਜਿਸ ਨਾਲ ਮੈਂ ਉਸ ਨੂੰ ਬਚਾ ਸਕਦਾ ਹਾਂ। ਉਹ ਗਏ ਅਤੇ ਇੱਕ ਸ਼ਤਰੰਜ ਦੀ ਵਿਆਸ ਲਿਆਂਦੀ। ਮੈਂ ਨਹੀਂ ਜਾਣਦਾ ਕਿ ਕੀ ਵਰਪਿਆ ਸੀ। ਇਸ ਦੇ ਕਿ ਉਸਨੇ ਇਹ ਜਾਣ ਲਿਆ ਸੀ ਕਿ ਉਹਨਾਂ ਨੇ ਸਭ ਕੁਝ ਉਸ ਤਸਵੀਰ ਵਿੱਚ ਗਲਤ ਜੋੜਿਆ ਸੀ ਅਤੇ ਉਸਨੇ ਉਸ ਤਸਵੀਰ ਨੂੰ ਹਰਾਉਣ ਦਾ ਤਰੀਕਾ ਲੱਭ ਲਿਆ ਸੀ। ਮੈਨੂੰ ਇਸ ਦੇ ਦੁਆਰਾ ਇਹ ਯਾਦ ਦਿਲਾਈ ਗਈ ਸੀ ਕਿ ਮਸੀਹ ਜੋ ਕਿ ਬ੍ਰਹਮੰਡ ਦਾ ਪ੍ਰਭੂ ਹੈ, ਉਸਨੇ ਸਵਰਗ ਦੇ ਹੇਠਾਂ ਤੱਕ ਕੇ ਸਾਡੀ ਦੁਰਦਸ਼ਾ ਨੂੰ ਵੇਖਿਆ। ਇਹ ਜਗਤ ਸ਼ੈਤਾਨ ਦੇ ਦੁਆਰਾ ਪੂਰੀ ਤਰ੍ਹਾਂ ਹਰਾਇਆ ਗਿਆ ਸੀ, ਪਰ ਮਨੁੱਖ ਨੂੰ ਪਛਤਾਉਣ ਵਾਲੇ ਨੇ ਇੱਕ ਚਾਲ ਚਲਾਈ ਜੋ ਸਾਨੂੰ ਜ਼ਿੰਦਗੀ ਦੀ ਨਿਰਾਸ਼ਾ ਅਤੇ ਅਬਦੀ ਵਿਨਾਸ਼ ਤੋਂ ਆਜ਼ਾਦ ਕਰ ਸਕੀ ਸੀ। ਉਹ ਸਾਨੂੰ ਸ਼ੈਤਾਨ ਦੀ ਗੁਲਾਮੀ ਤੋਂ ਆਜ਼ਾਦ ਕਰਨ ਲਈ ਮੋਇਆ ਸੀ। ਜਦੋਂ ਵੀ ਮੈਂ ਨਪੋਲੀਅਨ ਬੋਨਾਪਾਰਟ ਦੀ ਦੱਸੀ ਕਹਾਣੀ ਨੂੰ ਪੜ੍ਹਦਾ ਹਾਂ ਤਦ ਮੈਂ ਅਕਸਰ ਇਸ ਬਾਰੇ ਸੋਚਦਾ ਹਾਂ। ਨਪੋਲੀਅਨ ਬੋਨਾਪਾਰਟ ਬਾਰੇ ਯੁੱਧ ਦੇ ਦੌਰਾਨ ਆਪਣੇ ਸਾਰੇ ਮਨੁੱਖ ਦੇ ਸਾਹਮਣੇ ਇੱਕ ਨਕਸ਼ੇ ਨੂੰ ਮੇਜ਼ ਉੱਤੇ ਵਿਛਾਇਆ ਸੀ। ਉਸਨੇ ਆਪਣੀ ਉਂਗਲ ਉਸ ਨਕਸ਼ੇ ਦੇ ਇੱਕ ਹਿੱਸੇ ਉੱਤੇ ਰੱਖ ਕੇ ਆਖਿਆ, ਜੇਕਰ ਇਹ ਲਾਲ ਥਾਂ ਇਸ ਨਕਸ਼ੇ ਉੱਤੇ ਨਾ ਹੁੰਦਾ ਤਦ ਮੈਂ ਇਸ ਜਗਤ ਨੂੰ ਜਿੱਤ ਸਕਦਾ ਸੀ। ਉਸ ਦੀ ਉਂਗਲ ਬਰਤਾਨੀਆ ਟਾਪੂਆਂ ਉੱਤੇ ਇੱਕ ਟਿੱਕੀ ਹੋਈ ਸੀ। ਮੈਨੂੰ ਪੂਰੀ ਨਿਸ਼ਚਿੰਤਾ ਹੈ ਕਿ ਸ਼ੈਤਾਨ ਆਪਣੇ ਸਾਰੇ ਸਾਥੀਆਂ ਨੂੰ ਆਪਣੇ ਆਲੇ ਦੁਆਲੇ ਇਕੱਠਾ ਕਰਕੇ ਆਪਣੇ ਨਕਸ਼ੇ ਮੇਜ਼ ਉੱਤੇ ਵਿਛਾਉਂਦਾ ਹੈ। ਆਪਣੀ ਵੱਡੀ ਉਂਗਲ ਨੂੰ ਲੈ ਕੇ ਕਲਵਰੀ ਵੱਲ ਇਸ਼ਾਰਾ ਕਰਦਾ ਹੈ ਜਿੱਥੇ ਯਿਸੂ ਮਸੀਹ ਦਾ ਲਹੂ ਬਹਾਇਆ ਗਿਆ ਸੀ ਅਤੇ ਫਿਰ ਉਹ ਆਖਦਾ ਹੈ, ਵੇਖੋ ਜੇਕਰ ਇਹ ਲਾਲ ਸਥਾਨ ਨਾ ਹੁੰਦਾ ਤਦ ਮੈਂ ਜਗਤ ਨੂੰ ਜਿੱਤ ਸਕਦਾ ਸੀ। ਉਸ ਲਾਲ ਸਥਾਨ ਲਈ ਪਰਮੇਸ਼ਰ ਦਾ ਧੰਨਵਾਦ ਹੋਵੇ। ਅਸੀਂ ਫਤਿਹਮੰਦ ਹਾਂ ਅਤੇ ਸੰਦੇਸ਼ ਦੀ ਇਹ ਸਮੁੱਚੀ ਲੜੀ ਉਸ ਫਤਿਹ ਦੇ ਬਾਰੇ ਹੈ ਜਿਸ ਦੀ ਪਰਮੇਸ਼ਰ ਸਾਨੂੰ ਸਲੀਬ ਉੱਤੇ ਹੋਈ ਮਸੀਹ ਦੀ ਮੌਤ ਦੇ ਰਾਹੀਂ ਗਰੰਟੀ ਦੇ ਚੁੱਕਾ ਹੈ। ਉਹ ਕਿਸੇ ਦੁਰਘਟਨਾ ਦਾ ਸ਼ਿਕਾਰ ਨਹੀਂ ਸੀ ਹੋਇਆ। ਪਰਮੇਸ਼ਰ ਸਾਡੀ ਮਦਦ ਕਰੇ ਕਿ ਅਸੀਂ ਦੁਰਘਟਨਾ ਦੇ ਸ਼ਿਕਾਰ ਨਹੀਂ ਬਲਕਿ ਫਤਿਹਮੰਦ ਹੋਈਏ। ਮੈਂ ਆਸ ਕਰਦਾ ਹਾਂ ਕਿ ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰੋਗੇ ਕਿ ਇਸ ਦੇ ਵਚਨ ਵਿੱਚ ਮਿਲ ਕੇ ਬਿਤਾਏ ਗਏ ਸਮੇਂ ਦਾ ਇਸਤੇਮਾਲ ਕਰਾਂਗੇ ਅਤੇ ਉਹ ਬੈਰੀ ਤੋਂ ਮੇਰੀ ਰੱਖਿਆ ਕਰੇਗਾ ਜੋ ਉਸ ਨੂੰ ਜ਼ਿਆਦਾ ਪਸੰਦ ਨਹੀਂ ਕਰੇਗਾ। ਆਤਮਿਕ ਯੁੱਧ ਨਾਂ ਦੀ ਲੜੀ ਵਿੱਚ ਵੈਰੀ ਦੀ ਪਛਾਣ ਕਰਨ ਦੇ ਲਈ ਇਫਸੀਆਂ ਦੀ ਪੱਤਰੀ 6 ਅਧਿਆਏ ਉਸ ਦੀਆਂ 10 ਤੋਂ 13 ਆਇਤਾਂ ਦੇ ਵਚਨਾਂ ਵਿੱਚ ਅੱਜ ਆਪ ਨਾਲ ਵਚਨ ਨੂੰ ਸਾਂਝੀ ਕਰਾਂਗੇ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੋਵੇਗੀ। ਨੰਬਰ 1 ਸ਼ੈਤਾਨ ਦੀ ਸ਼ਖਸੀਅਤ। ਨੰਬਰ 2 ਸ਼ੈਤਾਨ ਦਾ ਅਹੁਦਾ। ਭਾਗ ਊੜਾ ਉਹ ਇੱਕ ਰਾਜਕੁਮਾਰ ਹੈ। ਭਾਗ ਐੜਾ ਉਹ ਇੱਕ ਸ਼ਾਸਕ ਹੈ। ਭਾਗ ਈੜੀ ਉਹ ਇੱਕ ਦੇਵਤਾ ਹੈ। ਨੰਬਰ 3 ਸ਼ੈਤਾਨ ਦੀ ਸ਼ਕਤੀ ਜਾਂ ਸ਼ੈਤਾਨ ਦਾ ਇਖਤਿਆਰ। ਨੰਬਰ 4 ਸ਼ੈਤਾਨ ਦੇ ਉਦੇਸ਼। ਊੜਾ ਧੋਖੇਬਾਜ਼, ਐੜਾ ਫੋਟਕ ਪਾਉਣ ਵਾਲਾ, ਈੜੀ ਨਾਸ਼ ਕਰਨ ਵਾਲਾ। ਅੱਜ ਦੇ ਮੇਰੇ ਸੰਦੇਸ਼ ਦਾ ਸਿਰਲੇਖ ਵੈਰੀ ਨੂੰ ਪਛਾਣਨਾ ਹੈ। ਇਹ ਹਮੇਸ਼ਾ ਹੀ ਇੱਕ ਅੱਛਾ ਵਿਚਾਰ ਹੁੰਦਾ ਹੈ ਕਿ ਇੱਕ ਯੁੱਧ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਇਹ ਖੋਜ ਕਰ ਲਵੋ ਕਿ ਆਪ ਕਿਸ ਦੇ ਵਿਰੁੱਧ ਯੁੱਧ ਕਰ ਰਹੇ ਹੋ। ਮੈਨੂੰ ਡਰ ਹੈ ਕਿ ਮੈਂ ਬਿਨਾਂ ਇੱਕ ਥੋੜੇ ਜਿਹੇ ਸੰਖੇਪ ਵਿਚਾਰ ਉਸ ਵੈਰੀ ਬਾਰੇ ਕੀਤੇ ਹੀ ਵਿਸ਼ਵਾਸ ਦੇ ਸ਼ਸਤਰ ਵਸਤਰ ਦੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਕਰਕੇ ਹੋ ਸਕਦਾ ਹੈ ਅੱਜ ਦੇ ਸੰਦੇਸ਼ ਨੂੰ ਸੁਣਨ ਦੇ ਲਈ ਆਪ ਬਹੁਤ ਹੀ ਅਰਪਿਤ ਹੋ। ਮੇਰੇ ਉਦੇਸ਼ ਨੂੰ ਤੁਹਾਨੂੰ ਉਸ ਨੂੰ ਸੁਣਨ ਦੇ ਲਈ ਪ੍ਰੇਰਿਤ ਕਰਨਾ ਹੈ ਕਿ ਉਹ ਯੁੱਧ ਜੋ ਸਾਡੇ ਸਾਹਮਣੇ ਹੈ ਉਸ ਨੂੰ ਜਾਣਨ ਦੇ ਲਈ ਸਾਨੂੰ ਚੰਗੀ ਤਰ੍ਹਾਂ ਸ਼ਸਤਰਧਾਰੀ ਹੋਣਾ ਚਾਹੀਦਾ ਹੈ। ਅਸੀਂ ਇਫਸੀਆਂ ਦੀ ਪੱਤਰੀ ਉਸ ਦੇ 6 ਅਧਿਆਏ ਉਸ ਦੀ 10 ਐਤ ਤੋਂ ਅੱਗੇ ਪੜ੍ਹ ਰਹੇ ਹਾਂ। ਮੁੱਕਦੀ ਗੱਲ, ਪ੍ਰਭੂ ਵਿੱਚ ਅਤੇ ਉਸ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ। ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਧਾਰੋ
ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਿਦਰਾਂ ਦੇ ਸਾਹਮਣੇ ਖਲੋ ਸਕੋ। ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖਤਿਆਰਾਂ ਤੇ ਇਸ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਾ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ। ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਲੈ ਲਵੋ, ਭਾਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭੇ ਕੁਝ ਮੁਕਾ ਕੇ ਖਲੋ ਸਕੋ। ਜੋ ਸ਼ੈਤਾਨ ਹੈ ਉਹ ਸਾਨੂੰ ਵਿਸ਼ਵਾਸ ਕਰਾਉਣ ਦੇ ਸਭ ਤੋਂ ਵੱਧ ਚਲਾਕ ਛਲ ਵਿੱਚ ਲੱਗਾ ਹੋਇਆ ਹੈ ਕਿ ਉਹ ਆਪਣੀ ਹੋਂਦ ਰੱਖਦਾ ਹੀ ਨਹੀਂ ਹੈ। ਅਕਸਰ ਇਹੀ ਕਾਰਨ ਹੈ ਕਿ ਅਸੀਂ ਉਸ ਦੀਆਂ ਇੰਨੀਆਂ ਤਸਵੀਰਾਂ ਨੂੰ ਵੇਖਦੇ ਹਾਂ ਕਿ ਉਸ ਨੂੰ ਸਿੰਗ ਲਾ ਕੇ ਪੁਸ਼ਾਕ ਪਹਿਨਾਈ ਹੋਈ ਹੈ ਅਤੇ ਇੱਕ ਲਾਲ ਬਸਤਰ ਪਹਿਨਾਇਆ ਹੋਇਆ ਹੈ ਜਿਸ ਦੇ ਪਿੱਛੇ ਇੱਕ ਪੂਛ ਲੱਗੀ ਹੋਈ ਹੈ, ਅਤੇ ਇੱਕ ਭੈੜੀ ਮੁਸਕਰਾਹਟ ਦੇ ਦੁਆਰਾ ਅਸੀਂ ਉਸ ਦੀਆਂ ਤਸਵੀਰਾਂ ਨੂੰ ਵਿਖਾਇਆ ਗਿਆ ਵੇਖਦੇ ਹਾਂ। ਜੇਕਰ ਉਹ ਹੱਸਦੀ ਹੋਈ ਤਸਵੀਰ ਦੀ ਸ਼ਕਲ ਜਾਂ ਫਿਰ ਇੱਕ ਕਲਪਨਾਇਕ ਖਲਨਾਇਕ ਹੈ ਤਾਂ ਉਹ ਸਾਨੂੰ ਕਦੇ-ਕਦੇ ਡਰਾਉਣੇ ਸੁਪਨੇ ਦਿਖਾਉਣ ਦੇ ਇਲਾਵਾ ਹੋਰ ਵੀ ਵੱਧ ਤੋਂ ਘੱਟ ਨੁਕਸਾਨ ਕਰ ਸਕਦਾ ਹੈ। ਸ਼ੈਤਾਨ ਦੇ ਨਕਲੀ ਭੇਸ ਬਹੁਤ ਚਤੁਰ ਹਨ। ਕਿਸੇ ਫਿਲਮ ਦੇ ਸਿਤਾਰੇ ਦੇ ਨਕਲੀ ਭੇਸ ਦੇ ਨਾਲੋਂ ਬਹੁਤ ਵੱਧ ਉਹ ਸਭ ਤੋਂ ਵੱਧ ਨਾ ਵਿਸ਼ਵਾਸ ਕੀਤੀਆਂ ਜਾਣ ਵਾਲੀਆਂ ਥਾਵਾਂ ਵਿੱਚ ਛੁਪਦਾ ਹੈ। ਉਹ ਧਰਮ ਵਿੱਚ ਆਪਣੇ ਆਪ ਨੂੰ ਛੁਪਾਉਂਦਾ ਹੈ, ਉਹ ਬੁੱਧਵਾਨ ਦੇ ਪਿੱਛੇ ਆਪਣੇ ਆਪ ਨੂੰ ਛੁਪਾਉਂਦਾ ਹੈ, ਉਹ ਕਵਿਤਾ ਵਿੱਚ ਅਤੇ ਕਲਾ ਵਿੱਚ ਅਤੇ ਅਕਸਰ ਸੰਗੀਤ ਦੇ ਵਿੱਚ, ਮਨੋਵਿਗਿਆਨ ਵਿੱਚ ਅਤੇ ਮਨੁੱਖੀ ਸਮਝ ਦੇ ਵਿੱਚ ਛੁਪਿਆ ਹੋ ਸਕਦਾ ਹੈ। ਅਸਲ ਵਿੱਚ ਬਾਈਬਲ ਬਾਣੀ ਆਖਦੀ ਹੈ ਕਿ ਸਾਰਾ ਹੀ ਜਗਤ ਦੁਸ਼ਟ ਦੇ ਵਸ ਵਿੱਚ ਪਿਆ ਹੋਇਆ ਹੈ। ਮਨੁੱਖੋ ਅਤੇ ਔਰਤੋ ਇਸ ਨੂੰ ਲਿਖ ਲਵੋ ਕਿ ਜੋ ਸ਼ੈਤਾਨ ਹੈ ਉਹ ਕਿਸੇ ਅੱਗ ਦੀ ਭੱਠੀ ਦੇ ਵਿੱਚ ਕੋਲੇ ਪਾਉਣ ਵਾਲਾ, ਉੱਪਰੋਂ ਕੋਲੇ ਸੁੱਟਣ ਵਾਲਾ ਮਨੁੱਖ ਨਹੀਂ ਹੈ। ਜਿਸ ਤਰ੍ਹਾਂ ਕਿ ਕਿਸੇ ਨੇ ਆਖਿਆ ਹੈ ਕਿ ਉਹ ਤਾਂ ਮੂਲ ਕਾਰਨ ਹੈ, ਉਹ ਤਾਂ ਮੁੱਖ ਅਤੇ ਆਖਰੀ ਕਾਰਨ ਦੇ ਵਿੱਚ ਲੱਗਾ ਹੋਇਆ ਹੈ। ਜਦੋਂ ਪਰਮੇਸ਼ਰ ਨੇ ਸ਼ੈਤਾਨ ਨੂੰ ਇੱਕ ਪ੍ਰਤੱਖ ਸਵਾਲ ਪੁੱਛਿਆ ਸੀ ਤਦ ਉਸ ਦੇ ਉੱਤਰ ਤੋਂ ਇੱਕ ਪ੍ਰਚੰਡ ਘਮੁੰਡ ਉਸ ਨੇ ਦਿਖਾਇਆ ਸੀ। ਪ੍ਰਭੂ ਨੇ ਸ਼ੈਤਾਨ ਨੂੰ ਆਖਿਆ, ਤੂੰ ਕਿੱਥੋਂ ਆਇਆ ਹੈ? ਵਿਰੋਧੀ ਸ਼ੈਤਾਨ ਨੇ ਆਖਿਆ ਸੀ, ਧਰਤੀ ਉੱਤੋਂ ਇੱਧਰ ਉੱਧਰ ਜਾਂਦਾ ਅਤੇ ਉਸ ਦੇ ਵਿੱਚ ਇੱਧਰ ਉੱਧਰ ਘੁੰਮਦਾ ਆਇਆ ਹਾਂ। ਅਯੂਬ ਦੀ ਪੱਤਰੀ 2 ਅਧਿਆਇ 2 ਐਤ ਦੇ ਵਚਨ ਹਨ। ਯਹੋਵਾ ਨੇ ਸ਼ੈਤਾਨ ਨੂੰ ਆਖਿਆ, ਤੂੰ ਕਿੱਥੋਂ ਆਇਆ ਹੈ? ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਕਿ ਪ੍ਰਿਥਵੀ ਵਿੱਚ ਘੁੰਮ ਫਿਰ ਕੇ ਅਤੇ ਉਹਦੇ ਵਿੱਚ ਸੈਰ ਕਰਕੇ ਆਇਆ ਹਾਂ। ਕਿਹੋ ਜਿਹੀ ਤਸਵੀਰ ਉਹ ਹੈ ਜੋ ਸ਼ੈਤਾਨ ਹੈ, ਸਾਰੀ ਧਰਤੀ ਦੇ ਉੱਤੇ ਇਸ ਕਾਰਜ ਨੂੰ ਹਰ ਪਾਸੇ ਕਰਦਾ ਆ ਰਿਹਾ ਹੈ। ਉਹ ਕੋਈ ਕਲਪਨਾ ਨਹੀਂ ਹੈ, ਉਹ ਤਾਂ ਅਸਲ ਹੈ ਅਤੇ ਉਹ ਵੈਰੀ ਹੈ। ਜੇਕਰ ਆਪ ਇਫਸੀਆਂ ਦੀ ਪੱਤਰੀ 6 ਅਧਿਆਏ ਉਸ ਦੀ 12 ਐਤ ਦੇ ਵਚਨ ਨੂੰ ਖੋਲੋ ਤਦ ਆਪ ਜਾਣੋਗੇ ਕਿ 5 ਵਾਰ ਇਫਸੀਆਂ ਦੀ ਪੱਤਰੀ 6 ਅਧਿਆਏ ਉਸ ਦੀ 12 ਐਤ ਦੇ ਵਿੱਚ ਵਿਰੋਧ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਜੋ ਮਸੀਹੀ ਹੈ ਉਹ ਇੱਕ ਯੁੱਧ ਦੇ ਵਿੱਚ ਜੁਟਿਆ ਹੋਇਆ ਹੈ। ਕੁਝ ਹੈ ਜਿਸ ਦੇ ਅਸੀਂ ਵਿਰੁੱਧ ਖੜੇ ਹਾਂ, ਅਸਲ ਵਿੱਚ ਕੋਈ ਹੈ ਜਿਸ ਦੇ ਅਸੀਂ ਵਿਰੋਧ ਹਾਂ ਅਤੇ ਕੋਈ ਹੈ ਜੋ ਸਾਡੇ ਵਿਰੋਧ ਵਿੱਚ ਹੈ। ਇਹ ਜ਼ਿਆਦਾਤਰ ਲੋਕਾਂ ਨੂੰ ਹੋਰ ਵੀ ਅਨੋਖਾ ਜਾਪਦਾ ਹੈ, ਖਾਸ ਤੌਰ ਤੇ ਉਹਨਾਂ ਨੂੰ ਜਿਨ੍ਹਾਂ ਨੇ ਇਸ ਸ਼ਾਂਤੀਵਾਦੀ ਵਤੀਰੇ ਨੂੰ ਮਸੀਹ ਦੇ ਜੀਵਨ ਬਾਰੇ ਅਪਣਾਇਆ ਹੋਇਆ ਹੈ। ਜਿਵੇਂ ਕਿ ਆਪ ਨੂੰ ਯਾਦ ਹੈ ਕਿ ਬਸ ਪਿਛਲੇ ਕੁਝ ਵਰ੍ਹਿਆਂ ਦੇ ਵਿੱਚ ਜ਼ਿਆਦਾਤਰ ਜੋ ਮਿਸ਼ਨ ਹਨ ਉਹਨਾਂ ਨੇ ਭਜਨਾਂ ਦੀਆਂ ਕਿਤਾਬਾਂ ਵਿੱਚੋਂ ਜੋ ਵੀ ਯੁੱਧ ਨਾਲ ਸੰਬੰਧਿਤ ਭਜਨ ਹਨ ਉਹਨਾਂ ਨੂੰ ਕੱਢਣਾ ਚੁਣ ਲਿਆ ਹੈ। ਜਿਵੇਂ ਕਿ ਮਸੀਹੀ ਸਿਪਾਹੀ ਅੱਗੇ ਵੱਧ, ਇਹ ਕੁਝ ਮਸੀਹੀ ਦੀ ਇੱਛਾ ਹੈ ਉਹ ਉਤਰ ਚੁੱਕਾ ਹੈ ਕਿ ਜਿਵੇਂ ਕਿ ਕੋਈ ਯੁੱਧ ਨਾਂ ਦੀ ਚੀਜ਼ ਨਾ ਹੋਵੇ। ਉਹਨਾਂ ਲਈ ਮਸੀਹਤ ਦਾ ਅਰਥ ਪ੍ਰਚਾਰ ਅਤੇ ਸ਼ਾਂਤੀ ਅਤੇ ਆਨੰਦ ਅਤੇ ਕੋਈ ਮੁਸ਼ਕਿਲ ਦਾ ਨਾ ਹੋਣਾ ਹੁੰਦਾ ਹੈ। ਇਹ ਵਿਸ਼ਵਾਸ ਕਰਨਾ ਤਾਂ ਬਹੁਤ ਅੱਛਾ ਹੋਵੇਗਾ ਅਤੇ ਕੁਝ ਇਸ ਤਰ੍ਹਾਂ ਵਿਸ਼ਵਾਸ ਕਰਦੇ ਵੀ ਹਨ, ਪਰ ਉਦੋਂ ਵਿਸ਼ਵਾਸ ਕਰਨਾ ਜਦੋਂ ਕਿ ਇਹ ਸੱਚ ਨਾ ਹੋਵੇ, ਇਹ ਅਣਸੁਖਣਾ ਹੁੰਦਾ ਹੈ। ਇਹ ਵਿਸ਼ਵਾਸ ਕਰਨਾ ਅਣਸੁਖਣਾ ਹੁੰਦਾ ਹੈ ਕਿ ਮਸੀਹੀ ਜੀਵਨ ਵਿੱਚ ਕੋਈ ਵੀ ਵਿਰੋਧਤਾ ਨਹੀਂ ਹੈ, ਕਿਉਂਕਿ ਅਸਲ ਵਿੱਚ ਉਹ ਤਾਂ ਉਹ ਹੈ। ਵਿਲੀਅਮ ਨੇ ਅਗਲੀ ਐਤ ਨੂੰ ਇਸ ਤਰ੍ਹਾਂ ਪੜ੍ਹਦਿਆਂ ਇਸ ਅਨੁਵਾਦ ਨੂੰ ਕੀਤਾ ਹੈ, ਕਿਉਂਕਿ ਸਾਡਾ ਮੁਕਾਬਲਾ ਮਨੁੱਖੀ ਵੈਰੀਆਂ ਦੇ ਨਾਲ ਨਹੀਂ ਬਲਕਿ ਸ਼ਾਸਕਾਂ, ਇਖਤਿਆਰਾਂ ਅਤੇ ਬ੍ਰਹਮੰਡ ਸ਼ਕਤੀਆਂ ਦੇ ਨਾਲ ਹੈ ਜੋ ਇਸ ਜਗਤ ਵਿੱਚ ਪਾਈਆਂ ਜਾਂਦੀਆਂ ਹਨ। ਇਹ ਆਤਮਿਕ ਸ਼ਕਤੀਆਂ ਦੀ ਦੁਸ਼ਟ ਵੰਗਾਰ ਸਾਨੂੰ ਹੈ ਜੋ ਕਿ ਸਵਰਗੀ ਯੁੱਧ ਵਿੱਚ ਪਾਏ ਜਾਂਦੇ ਹਨ। ਸ਼ੈਤਾਨ ਇੱਕ ਦੁਸ਼ਮਣ ਹੈ ਅਤੇ ਮੈਂ ਆਪ ਨੂੰ ਦੱਸ ਦੇਵਾਂ ਕਿ ਅਸੀਂ ਕਿਸ ਦੇ ਬੈਰੀ ਹਾਂ। ਕਿ ਇਹ ਰੋਚਕ ਗੱਲ ਨਹੀਂ ਹੈ ਕਿ ਪੌਲੁਸ ਨੇ ਜੋ ਹਦਾਇਤਾਂ ਇਫਸੀਆਂ ਨੂੰ 6 ਅਧਿਆਏ ਉਸ ਦੀ 10 ਐਤ ਵਿੱਚ ਦਿੱਤੀਆਂ ਹਨ ਉਹ ਭਰਾਵਾਂ ਦੇ ਵੱਲ ਸੰਬੋਧਿਤ ਹਨ। ਉਹ ਆਖਦਾ ਹੈ, ਮੁੱਖ ਦੀ ਗੱਲ ਹੈ ਭਰਾਵੋ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮਾਂ ਵਿੱਚ ਤਕੜੇ ਹੋਵੋ। ਇਹ ਜੋ ਯੁੱਧ ਹੈ ਇਹ ਰਸੂਲਾਂ ਲਈ ਨਹੀਂ ਹੈ, ਇਹੋ ਜਿਹਾ ਯੁੱਧ ਨਹੀਂ ਹੈ ਜੋ ਕਿ ਪਾਸਵਾਨਾਂ ਲਈ ਹੈ। ਇਹ ਜੋ ਯੁੱਧ ਹੈ ਇਹ ਭਾਈਆਂ ਲਈ ਹੈ। ਇਹ ਆਪ ਅਤੇ ਮੈਂ ਅਤੇ ਅਸੀਂ ਸਾਰੇ ਹਾਂ ਜੋ ਕਿ ਮਸੀਹੀ ਹਾਂ। ਸਾਡੇ ਵਿੱਚੋਂ ਹਰੇਕ ਇਸ ਯੁੱਧ ਦੇ ਵਿੱਚ ਸ਼ਾਮਲ ਹੋ ਚੁੱਕੇ ਹੈ। ਲੜਾਈ ਲੜਨ ਦੀਆਂ ਲਕੀਰਾਂ ਸਾਫ਼ ਕੀਤੀਆਂ ਜਾ ਚੁੱਕੀਆਂ ਹਨ। ਇਹ ਤਾਂ ਪ੍ਰਭੂ ਅਤੇ ਭਰਾ ਸ਼ੈਤਾਨ ਅਤੇ
ਪ੍ਰੇਤ ਆਤਮਾ ਦੇ ਵਿਰੁੱਧ ਹੈ। ਇਹ ਯੁੱਧ ਹਰ ਰੋਜ਼ ਸਾਡੇ ਦਿਲ ਅਤੇ ਆਪ ਦੇ ਜੀਵਨ ਅਤੇ ਮੇਰੇ ਜੀਵਨ ਵਿੱਚ ਲਗਾਤਾਰ ਚੱਲਦਾ ਜਾ ਰਿਹਾ ਹੈ। ਬਾਈਬਲ ਸਾਡੇ ਵੈਰੀ ਦੀ ਪਛਾਣ 11 ਐਤ ਵਿੱਚ ਸ਼ੈਤਾਨ ਵਜੋਂ ਕਰਦੀ ਹੈ ਅਤੇ 13 ਐਤ ਵਿੱਚ ਉਸ ਨੂੰ ਦੁਸ਼ਟ ਵਜੋਂ ਆਖਿਆ ਗਿਆ ਹੈ। ਸ਼ੈਤਾਨ ਦੇ ਛਲ ਛਿਦਰਾਂ ਦੇ ਵਿਰੁੱਧ ਰਹੇ ਅਤੇ ਦੁਸ਼ਟ ਦੇ ਅਗਨ ਬਾਣਾਂ ਦੇ ਵਿਰੁੱਧ ਹੋਣ। ਹੁਣ ਮੈਂ ਸੋਚਦਾ ਹਾਂ ਕਿ ਸਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਜੋ ਕਿ ਸਾਡੇ ਵੈਰੀ ਦੇ ਬਾਰੇ ਕੁਝ ਹੋਵੇ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਰਹਿਣ ਦੇ ਲਈ ਦਰਸ਼ਕੋ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੋਸਤੋ, ਅਸੀਂ ਆਤਮਿਕ ਯੁੱਧ ਦੇ ਉੱਤੇ ਲੜੀਵਾਰ ਅਧਿਐਨ ਕਰਦੇ ਆ ਰਹੇ ਹਾਂ। ਅੱਜ ਅਸੀਂ ਆਤਮਿਕ ਯੁੱਧ ਦੇ ਦੂਜੇ ਭਾਗ ਨੂੰ ਵੇਖਿਆ। ਦੋਸਤੋ, ਅਸੀਂ ਆਪਣੇ ਅੱਜ ਦੇ ਅਧਿਐਨ ਦੇ ਵਿੱਚ ਵੇਖਿਆ ਕਿ ਬਹੁਤ ਸਾਰੇ ਵਿਸ਼ਵਾਸੀ ਇਹ ਨਹੀਂ ਜਾਣਦੇ ਕਿ ਉਹ ਇੱਕ ਯੁੱਧ ਦੇ ਵਿੱਚੋਂ ਗੁਜ਼ਰ ਰਹੇ ਹਨ। ਬਾਈਬਲ ਵਿੱਚ ਸੰਤ ਪਤਰਸ ਕਹਿੰਦਾ ਹੈ ਕਿ ਸਚੇਤ ਹੋਵੋ, ਜਾਗਦੇ ਰਹੋ, ਕਿਉਂਕਿ ਤੁਹਾਡਾ ਵਿਰੋਧੀ ਸ਼ੈਤਾਨ ਇੱਕ ਬੱਬਰ ਸ਼ੇਰ ਵਾਂਗ ਭਾਲਦਾ ਫਿਰਦਾ ਹੈ ਕਿ ਕਿਹਨੂੰ ਫਾੜ ਖਾਏ। ਦੋਸਤੋ, ਪਰਮੇਸ਼ਵਰ ਦੀ ਪਵਿੱਤਰ ਬਾਣੀ ਬਾਈਬਲ ਦੱਸਦੀ ਹੈ ਕਿ ਇਹ ਇੱਕ ਇਹੋ ਜਿਹਾ ਯੁੱਧ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਵੈਰੀ ਦੇ ਅੱਗੇ ਐਵੇਂ ਹੀ ਸਮਰਪਣ ਨਹੀਂ ਕਰ ਸਕਦੇ। ਸਾਨੂੰ ਇਹ ਯੁੱਧ ਲੜਨਾ ਹੀ ਪਏਗਾ। ਇਸੇ ਕਰਕੇ ਸਾਨੂੰ ਪਰਮੇਸ਼ਵਰ ਦੇ ਸ਼ਸਤਰ ਬਸਤਰ ਧਾਰਨ ਕਰਨ ਦੇ ਲਈ ਕਿਹਾ ਜਾਂਦਾ ਹੈ। ਇਹਨਾਂ ਸ਼ਸਤਰਾਂ ਬਸਤਰਾਂ ਦੇ ਬਾਰੇ ਅਸੀਂ ਡੂੰਘਾਈ ਦੇ ਵਿੱਚ ਸਮਝ ਰਹੇ ਹਾਂ ਤਾਂ ਕਿ ਇਹਨਾਂ ਦਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਇਸਤੇਮਾਲ ਕਰ ਸਕੀਏ। ਅੱਜ ਅਸੀਂ ਸੱਚਾਈ ਦਾ ਕਮਰ ਕੱਸਾ, ਧਰਮ ਦੀ ਸੰਜੋ, ਮਿਲਾਪ ਦੀ ਖੁਸ਼ਖਬਰੀ, ਨੇਚਾ ਦੀ ਚਾਲ, ਮੁਕਤੀ ਦਾ ਟੋਪ, ਆਤਮਾ ਦੀ ਤਲਵਾਰ ਅਤੇ ਪ੍ਰਾਰਥਨਾ ਦਾ ਹਥਿਆਰ, ਇਹਨਾਂ ਸਾਰਿਆਂ ਦੇ ਬਾਰੇ ਸਿੱਖਿਆ। ਇਹ ਆਤਮਿਕ ਯੁੱਧ ਲੜਨ ਦੇ ਲਈ ਪਰਮੇਸ਼ਵਰ ਦੁਆਰਾ ਪ੍ਰਦਾਨ ਕੀਤੇ ਗਏ ਸ਼ਸਤਰ ਬਸਤਰ ਹਨ। ਦੋਸਤੋ, ਯਾਦ ਰੱਖੋ ਕਿ ਸਾਡਾ ਯੁੱਧ ਮਾਸ ਅਤੇ ਲਹੂ ਦੇ ਨਾਲ ਨਹੀਂ ਹੈ। ਇਸ ਲਈ ਪਰਮੇਸ਼ਵਰ ਦੇ ਇਹਨਾਂ ਸ਼ਸਤਰਾਂ ਬਸਤਰਾਂ ਨੂੰ ਧਾਰਨ ਕਰੋ ਤਾਂ ਜੋ ਤੁਸੀਂ ਆਪਣੇ ਵੈਰੀ ਦੇ ਖਿਲਾਫ ਬੁਰੇ ਦਿਨਾਂ ਵਿੱਚ ਉਸ ਦਾ ਸਾਹਮਣਾ ਕਰ ਸਕੋ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਦੀ ਸਮਾਪਤੀ ਇੱਥੇ ਹੀ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਦੇ ਹਾਂ। ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਅਤੇ ਇੱਕ ਮਹਾਨ ਧਾਰਮਿਕ ਯੋਧਾ ਬਣਨ ਵਿੱਚ ਤੁਹਾਡੀ ਮਦਦ ਕਰੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਿਕਾਰੀ, ਮਹਾਨ ਅਤੇ ਦਿਆਲੂ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਵਚਨ ਦੇ ਲਈ ਕਿ ਪਿਤਾ ਪਰਮੇਸ਼ਵਰ ਤੁਸੀਂ ਸਾਨੂੰ ਆਤਮਿਕ ਯੁੱਧ ਦੇ ਵਿੱਚ ਸ਼ਸਤਰ ਬਸਤਰ ਦਾ ਇਸਤੇਮਾਲ ਕਰਨ ਬਾਰੇ ਸਿਖਾਇਆ। ਅੱਜ ਦੀ ਸਿੱਖਿਆ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ, ਤੁਸੀਂ ਸਾਨੂੰ ਇਹ ਗੱਲ ਯਾਦ ਕਰਵਾਈ ਕਿ ਜੇਕਰ ਅਸੀਂ ਤੁਹਾਡੇ ਸ਼ਸਤਰ ਬਸਤਰ ਨਹੀਂ ਪਹਿਨਦੇ ਤਾਂ ਅਸੀਂ ਸ਼ੈਤਾਨ ਦਾ ਸ਼ਿਕਾਰ ਬਣ ਸਕਦੇ ਹਾਂ। ਪਿਤਾ ਪਰਮੇਸ਼ਰ, ਸਾਨੂੰ ਬੁੱਧ ਬਖਸ਼ੋ, ਸਾਨੂੰ ਹਿੰਮਤ ਦੇਵੋ ਔਰ ਸਾਨੂੰ ਤਾਕਤ ਬਖਸ਼ੋ ਪਿਤਾ ਪਰਮੇਸ਼ਰ ਕਿ ਅਸੀਂ ਤੁਹਾਡੇ ਇਹਨਾਂ ਸ਼ਸਤਰਾਂ ਬਸਤਰਾਂ ਦਾ ਚੰਗੇ ਤਰੀਕੇ ਨਾਲ ਇਸਤੇਮਾਲ ਕਰ ਸਕੀਏ। ਅੱਜ ਦੀ ਸਿੱਖਿਆ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਯਿਸੂ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਜੈ ਮਸੀਹ ਦੀ ਦੋਸਤੋ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।